गवर्नमेंट गरीब आदमी ਨੂੰ ਸਬਸਿਡੀ ਦੇ ਜਿਹਦੇ ਕੋਲ 40 ਲੱਖ ਪਹਿਲੇ ਹੀ ਮੌਜੂਦ ਹੈ ਟਰੈਕਟਰ ਦਾ ਉਹਨੂੰ 10 ਲੱਖ ਸਬਸਿਡੀ ਦੇ ਰਹੀ ਗਵਰਨਮੈਂਟ। ਇਹ ਗਲਤ ਹੈ, ਇਹ ਕਾਰੋਬਾਰ ਦੀ ਤਬਾਹੀ ਹੈ। ਯਕੀਨ ਕਰੋ ਪਾਕਿਸਤਾਨ ਬਰਬਾਦ ਹੋ ਚੁੱਕਿਆ ਹੈ ਜੋ ਹਾਲਾਤ ਜਿਸ ਤਰ੍ਹਾਂ ਦੇ ਕਾਰੋਬਾਰੀ ਹਾਲਾਤ ਹੈ। ਇਹ ਨੂੰ ਚਾਹੀਦਾ ਸੀ ਕਿ ਅਗਰ ਮਾਰਕੀਟ ਨੂੰ ਚਲਾਣਾ ਹੈ, ਆਵਾਮ ਨੂੰ ਚਲਾਣਾ ਹੈ, ਟਰੈਕਟਰ ਦੀ ਕੀਮਤ ਰਿਆਇਤ ਕਰ ਦਿੰਦੇ, ਇੱਥੇ ਸਬਸਿਡੀ ਰਿਆਇਤ ਦੀ ਦੇ ਦਿੰਦੇ। ਇਹ ਜਿਹੜੀ ਉਹਨਾਂ ਨੇ ਗ੍ਰੀਨ ਟਰੈਕਟਰ ਦੀ ਫੀਸ 10 ਲੱਖ ਰੁਪਏ ਸਬਸਿਡੀ ਦਿੱਤੀ ਹੈ ਨਾ, ਇਹ ਕਾਰੋਬਾਰ ਦਾ ਇਸ ਮਾਰਕੀਟ ਦਾ ਬੇੜਾ ਗਰਕ ਹੋ ਚੁੱਕਿਆ ਹੈ। ਇੱਥੇ ਲੋਕ ਜਿਨ੍ਹਾਂ ਦੇ ਆਪਣੇ ਸ਼ੋਰੂਮ ਹੈ ਨਾ, ਸਿਰਫ ਉਹ ਬੰਦੇ ਇੱਥੇ ਮੌਜੂਦ ਨੇ, ਚੰਦ ਲੋਕ ਜਿਨ੍ਹਾਂ ਦੇ ਕਿਰਾਏ ਤੇ ਸਾਨੂੰ ਛੱਡ ਕੇ ਚਲੇ ਗਏ। ਬਿਲਕੁਲ ਸਰ ਜੀ, ਇਹ ਫਲਾਪ ਕਰ ਦਿੱਤਾ ਕਾਰੋਬਾਰ, ਇਹ ਮਾਰਕੀਟ ਤਬਾਹ ਹੋ ਗਈ ਹੈ। ਜਿਹੜੇ ਬੰਦੇ ਸਕੀਮ ਦੇ ਕਢਾ ਰਹੇ ਨੇ ਨਾ, ਉਹਨਾਂ ਨੂੰ ਇਹਨਾਂ ਨੇ ਕਿਹਾ ਸੀ 3 ਸਾਲ ਟਰੈਕਟਰ ਨਾ ਵੇਚਣਾ। ਇਹ ਸਰ ਜੀ ਜਿੰਨੇ ਜ਼ਿਮੀਂਦਾਰ ਕਈ ਲੈ ਰਹੇ ਨੇ ਨਾ, ਉਹ ਵੇਚ ਗਏ ਨੇ। ਸਵਾਦ ਤੇ ਤਾਂ ਹੈ ਕਿ ਹੁਕੂਮਤ ਦੁਬਾਰਾ ਉਹਨਾਂ ਕੋਲ ਪਤਾ ਕਰੇ ਟਰੈਕਟਰ ਮੌਜੂਦ ਨੇ। ਮੇਰਾ ਕਿ ਹਜ਼ਾਰਾਂ ਟਰੈਕਟਰ ਸਰ ਸਕੀਮ ਦੇ ਗ੍ਰੀਨ ਸਕੀਮ ਦੇ ਉਹਨਾਂ ਨੇ ਪੈਸੇ ਕਮਾਏ ਨੇ। ਦਿਸ ਇਜ਼ ਅ ਫੈਕਟ। ਇਹ ਗਲਤ ਹੈ, ਇਹ ਹੁਕੂਮਤ ਦਾ ਇਹ ਜਿਹੜਾ ਕਦਮ ਹੈ ਬਹੁਤ ਵੱਡਾ ਗਲਤ ਹੈ। ਔਰ ਉਹ ਟਰੈਕਟਰ ਬਾਹਰ ਵੀ ਚਲੇ ਗਏ। ਇਹ ਹੁਕੂਮਤ ਅੱਜ ਉਹਨਾਂ ਨੂੰ ਪੁੱਛੇ ਜਿਨ੍ਹਾਂ ਨੂੰ ਟਰੈਕਟਰ ਨੇ 10 ਲੱਖ ਸਬਸਿਡੀ ਦਿੱਤੀ ਹੈ ਨਾ, ਇਹ ਗਲਤ ਸਬਸਿਡੀ ਹੈ ਸਾਡੀ। ਮੇਰਾ ਬੇੜਾ ਕਰ ਸਾਡੇ ਕਾਰੋਬਾਰ ਦਾ ਸਾਰੀ 1 ਸਾਲ ਹੋ ਗਿਆ, ਕੋਈ ਟਰੈਕਟਰ ਨਹੀਂ ਵਿਕ ਰਿਹਾ। ਬਿਲਕੁਲ ਉਹ ਸਿਰਫ ਸਬਸਿਡੀ ਵਾਲੇ ਜਿਹੜੇ ਟਰੈਕਟਰ ਨੇ ਉਹ ਲੋਕ ਇੱਥੇ ਮਾਰਕੀਟ ਵੇਚ ਚੁੱਕੇ ਨੇ। ਸਬਸਿਡੀਆਂ ਵਾਲੇ 10-10 ਲੱਖ ਜਿਹੜੇ ਨੇ ਉਹ ਕਮਾ ਚੁੱਕੇ ਨੇ। 5 ਲੱਖ ਰਿਆਇਤੀ ਵੇਚੇ ਉਹਨਾਂ ਨੇ, 5 ਲੱਖ ਦੇ ਜ਼ਿਆਦਾ ਉਹ ਕਮਾ ਕੇ ਉਹ ਟਰੈਕਟਰ ਬਾਹਰ ਜਾ ਚੁੱਕੇ। ਹੁਣ ਇਨਕੁਆਇਰੀ ਕਰ ਲੈਣ। ਮੇਰੀ ਗੱਲ, ਮੇਰੀ ਫੋਟੋ ਤੁਹਾਡੇ ਸਾਹਮਣੇ ਆ ਰਹੀ ਹੈ। ਅਗਰ ਗਲਤ ਹੋਵਾਂਗਾ ਜੋ ਕਹੋ ਸਜ਼ਾ ਮੇਰੀ। ਹੁਣ ਕੋਈ ਦੇਖਦੇ ਨਹੀਂ ਸਰਵੇ, ਤੁਸੀਂ ਬੜੀ ਮਿਹਰਬਾਨੀ ਤੁਸੀਂ ਸਰਵੇ ਕਰ ਰਹੇ ਹੋ ਤਾਂ ਕਿ ਪਤਾ ਤੇ ਚੱਲੇ ਕਿ ਇੱਥੇ ਹੋ ਕੀ ਰਿਹਾ ਸਰ। ਸਾਡੀ ਮਾਰਕੀਟ ਦਾ ਤਬਾਹੀ ਵਾਲੇ। अस्सलाम वालेकुम ਦੋਸਤੋ, ਆਪਣਾ ਚੈਨਲ ਪੀਕੇ YouTube ਚੈਨਲ 'ਚ ਖੁਸ਼ ਆਮਦੀਦ। ਦੋਸਤੋ ਅੱਜ ਅਸੀਂ ਮੌਜੂਦ ਹਾਂ ਲਾਹੌਰ ਟਰੈਕਟਰ ਮਾਰਕੀਟ ਦੇ ਵਿੱਚ, ਜ਼ਮੀਂਦਾਰ ਟਰੈਕਟਰ ਹਾਊਸ ਤੇ ਇੱਥੇ ਜੀ ਟਰੈਕਟਰ ਖੜੇ ਨੇ ਕਾਫੀ ਤਾਦਾਦ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਗਿਆ ਵਾ। ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਸੂਰਤ ਹਾਲ ਮਾਰਕੀਟ ਦੀ, ਗਾਹਕ ਆ ਰਹੇ ਨੇ ਨਹੀਂ ਆ ਰਹੇ, ਤੁਹਾਨੂੰ ਅੱਜ ਦੀ ਅਪਡੇਟ ਦਿੰਨੇ ਆ। अस्सलाम वालेकुम जी। वालेकुम सलाम रहमतुल्लाह बरकातहू। ਭਾਈਜਾਨ ਕੀ ਹਾਲ ਜੀ, ਠੀਕ ਠਾਕ ਹੋ? शुक्र सर। ਭਾਈ ਕੀ ਨਾਮ ਆਪਣਾ ਤਾਰਫ ਕਰਾਓ ਜੀ। जहांगीर गुजर। ਅੱਛਾ ਜੀ, ਆਪਣਾ ਸ਼ੋਰੂਮ ਹੈ ਜੀ ਜ਼ਿਮੀਂਦਾਰ? ਹਾਂਜੀ ਜ਼ਿਮੀਂਦਾਰ ਟਰੈਕਟਰ ਹਾਊਸ। ਮਾਰਕੀਟ ਬਾਰੇ ਕੀ ਕਹਿਣਾ ਚਾਹੋਗੇ? ਗਾਹਕ ਆ ਰਹੇ ਨੇ, ਰੇਟ ਵੱਧ ਗਏ ਨੇ, ਕੀ ਕਹਿਣਾ ਚਾਹੋਗੇ? ਮਾਰਕੀਟ ਬਿਲਕੁਲ ਸਾਲ ਤੋਂ ਬੰਦ ਹੈ, 2 ਸਾਲ ਤੋਂ ਬੰਦ ਹੈ, ਬਿਲਕੁਲ ਬੰਦ ਹੈ। ਅੱਛਾ, ਜਦੋਂ ਦੇ ਇਹਨਾਂ ਨੇ ਸਕੀਮ ਦੀ ਟਰੈਕਟਰ ਕੱਢੇ ਨੇ ਨਾ, ਹਕੂਮਤ ਨੂੰ ਚਾਹੀਦਾ ਸੀ ਕਿ ਅਗਰ ਮਾਰਕੀਟ ਨੂੰ ਚਲਾਣਾ ਹੈ, ਆਵਾਮ ਨੂੰ ਚਲਾਣਾ ਹੈ, ਟਰੈਕਟਰ ਦੀ ਕੀਮਤ ਰਿਆਇਤ ਕਰ ਦਿੰਦੇ, ਇੱਥੇ ਸਬਸਿਡੀ ਰਿਆਇਤ ਦੀ ਦੇ ਦਿੰਦੇ। ਇਹ ਜਿਹੜੀ ਉਹਨਾਂ ਨੇ ਗ੍ਰੀਨ ਟਰੈਕਟਰ ਦੀ ਫੀਸ 10 ਲੱਖ ਰੁਪਏ ਸਬਸਿਡੀ ਦਿੱਤੀ ਹੈ ਨਾ, ਇਹ ਕਾਰੋਬਾਰ ਦਾ ਇਸ ਮਾਰਕੀਟ ਦਾ ਬੇੜਾ ਗਰਕ ਹੋ ਚੁੱਕਿਆ ਹੈ। ਇੱਥੇ ਲੋਕ ਜਿਨ੍ਹਾਂ ਦੇ ਆਪਣੇ ਸ਼ੋਰੂਮ ਹੈ ਨਾ, ਸਿਰਫ ਉਹ ਬੰਦੇ ਇੱਥੇ ਮੌਜੂਦ ਨੇ, ਚੰਦ ਲੋਕ ਜਿਨ੍ਹਾਂ ਦੇ ਕਿਰਾਏ ਤੇ ਸਾਨੂੰ ਛੱਡ ਕੇ ਚਲੇ ਗਏ ਨੇ। ਪਾਕ ਮਦੀਨਾ ਛੱਡ ਕੇ ਚਲਾ ਗਿਆ, ਉਹ ਨਵੀਦ ਸਾਹਿਬ ਛੱਡ ਕੇ ਚਲੇ ਗਏ। ਕਾਫੀ ਸ਼ੋਰੂਮ ਐਸੇ ਨੇ ਜਿਹੜੇ ਉਹ ਕੰਮ ਛੱਡ ਕੇ ਚਲੇ ਗਏ ਨੇ। ਹਕੂਮਤ ਨੇ ਇਹ ਜਿਹੜੀ ਸਕੀਮ ਹੈ ਨਾ, ਇਹਦਾ ਇਹ ਹੁਣ ਫੇਰ ਅੱਗੋਂ ਆ ਰਹੀ ਹੈ। ਪੱਕੀ ਗੱਲ ਹੈ, ਮਿਲਤ ਨੇ, ਮੈਂ ਬੈਨਰ ਦੇਖ ਚੁੱਕਿਆ, ਪਹਿਲੀ ਤੋਂ ਬੈਨਰ ਬਾਹਰ ਲਾਣ ਲੱਗੇ ਨੇ ਮਿਲਤ ਵਾਲੇ। ਬਿਲਕੁਲ ਸਰ ਜੀ, ਇਹ ਫਲਾਪ ਕਰ ਦਿੱਤਾ ਕਾਰੋਬਾਰ, ਇਹ ਮਾਰਕੀਟ ਤਬਾਹ ਹੋ ਗਈ ਹੈ। 2 ਸਾਲ ਤੋਂ ਇਹ ਮਾਰਕੀਟ ਹਕੂਮਤ ਦੇ ਨਾਲ ਬਿਲਕੁਲ ਇਸ ਵੇਲੇ ਮਤਲਬ ਸਮਝ ਲਓ ਕਿ ਹਕੂਮਤ ਨੂੰ ਗਾਲਾਂ ਹੀ ਦੇਣ ਵਾਲਾ ਗੱਲ ਕਿ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ। ਇੱਕ ਬਿਲਕੁਲ ਇੱਕ ਹੋਰ ਚੀਜ਼ ਹੈ, ਹਕੂਮਤ ਨੇ ਇਹ ਕੰਮ ਕੀਤਾ ਨਾ, ਜਿਹੜੇ ਬੰਦੇ ਸਕੀਮ ਦੇ ਕਢਾ ਰਹੇ ਨੇ ਨਾ, ਉਹਨਾਂ ਨੂੰ ਇਹਨਾਂ ਨੇ ਕਿਹਾ ਸੀ 3 ਸਾਲ ਟਰੈਕਟਰ ਨਾ ਵੇਚਣਾ। ਇਹ ਸਰ ਜੀ ਜਿੰਨੇ ਜ਼ਿਮੀਂਦਾਰ ਕਈ ਲੈ ਰਹੇ ਨੇ ਨਾ, ਉਹ ਵੇਚ ਗਏ ਨੇ। ਸਵਾਦ ਤੇ ਤਾਂ ਹੈ ਕਿ ਹੁਕੂਮਤ ਦੁਬਾਰਾ ਉਹਨਾਂ ਕੋਲ ਪਤਾ ਕਰੇ ਟਰੈਕਟਰ ਮੌਜੂਦ ਨੇ। ਮੇਰਾ ਕਿ ਹਜ਼ਾਰਾਂ ਟਰੈਕਟਰ ਸਰ ਸਕੀਮ ਦੇ ਗ੍ਰੀਨ ਸਕੀਮ ਦੇ ਉਹਨਾਂ ਨੇ ਪੈਸੇ ਕਮਾਏ ਨੇ। ਦਿਸ ਇਜ਼ ਅ ਫੈਕਟ। ਇਹ ਗਲਤ ਹੈ, ਇਹ ਹੁਕੂਮਤ ਦਾ ਇਹ ਜਿਹੜਾ ਕਦਮ ਹੈ ਬਹੁਤ ਵੱਡਾ ਗਲਤ ਹੈ। ਔਰ ਉਹ ਟਰੈਕਟਰ ਬਾਹਰ ਵੀ ਚਲੇ ਗਏ। ਇਹ ਹੁਕੂਮਤ ਅੱਜ ਉਹਨਾਂ ਨੂੰ ਪੁੱਛੇ ਜਿਨ੍ਹਾਂ ਨੂੰ ਟਰੈਕਟਰ ਨੇ 10 ਲੱਖ ਸਬਸਿਡੀ ਦਿੱਤੀ ਹੈ ਨਾ, ਇਹ ਗਲਤ ਸਬਸਿਡੀ ਹੈ ਸਾਡੀ। ਮੇਰਾ ਬੇੜਾ ਕਰ ਸਾਡੇ ਕਾਰੋਬਾਰ ਦਾ ਸਾਰੀ 1 ਸਾਲ ਹੋ ਗਿਆ, ਕੋਈ ਟਰੈਕਟਰ ਨਹੀਂ ਵਿਕ ਰਿਹਾ। ਬਿਲਕੁਲ ਉਹ ਸਿਰਫ ਸਬਸਿਡੀ ਵਾਲੇ ਜਿਹੜੇ ਟਰੈਕਟਰ ਨੇ ਉਹ ਲੋਕ ਇੱਥੇ ਮਾਰਕੀਟ ਵੇਚ ਚੁੱਕੇ ਨੇ। ਸਬਸਿਡੀਆਂ ਵਾਲੇ 10-10 ਲੱਖ ਜਿਹੜੇ ਨੇ ਉਹ ਕਮਾ ਚੁੱਕੇ ਨੇ। 5 ਲੱਖ ਰਿਆਇਤੀ ਵੇਚੇ ਉਹਨਾਂ ਨੇ, 5 ਲੱਖ ਦੇ ਜ਼ਿਆਦਾ ਉਹ ਕਮਾ ਕੇ ਉਹ ਟਰੈਕਟਰ ਬਾਹਰ ਜਾ ਚੁੱਕੇ ਨੇ। ਇਹ ਹੁਣ ਇਨਕੁਆਇਰੀ ਕਰ ਲੈਣ। ਮੇਰੀ ਗੱਲ, ਮੇਰੀ ਫੋਟੋ ਤੁਹਾਡੇ ਸਾਹਮਣੇ ਆ ਰਹੀ ਹੈ। ਅਗਰ ਗਲਤ ਹੋਵਾਂਗਾ ਜੋ ਕਹੋ ਸਜ਼ਾ ਮੇਰੀ। ਹਕੀਕਤਨ ਇਹ ਗਲਤ ਸਕੀਮ ਹੈ ਸਰ ਜੀ, ਇਹਨੂੰ ਕੈਂਸਲ ਕਰ ਦੇਣਾ ਚਾਹੀਦਾ ਗਵਰਨਮੈਂਟ ਨੂੰ। ਇਹ ਕਾਰੋਬਾਰ ਵੀ ਬਚ ਜਾਵੇ, ਇਹ ਲੋਕਾਂ ਦਾ ਕਾਰੋਬਾਰ ਵੀ ਚੱਲ ਪਵੇ। ਠੀਕ ਹੈ, ਇਹਦੇ ਉੱਤੇ ਸਰ ਜੀ ਸਬਸਿਡੀ ਦੀ ਵਜ੍ਹਾ ਨਾਲ ਬੇਤਹਾਸ਼ਾ ਕਾਰੋਬਾਰੀ ਨੁਕਸਾਨ ਹੋਇਆ। ਲੋਕਾਂ ਦੇ ਟਰੈਕਟਰ ਨਹੀਂ ਵਿਕ ਰਹੇ 2 ਸਾਲ ਤੋਂ। ਹੁਣ ਫਿਰ ਸਬਸਿਡੀ 20,000 ਦੀ ਆ ਰਹੀ ਹੈ। ਉਹਨਾਂ ਲੋਕਾਂ ਨੇ ਵੇਚਣੇ ਨੇ, ਜਿਨ੍ਹਾਂ ਦੇ ਨਿਕਲ ਆਣੇ ਨੇ, ਉਹਨਾਂ ਨੇ ਸਸਤੇ ਰੱਖ ਕੇ ਵੇਚਣੇ ਨੇ। ਫਿਰ ਉਤੋਂ ਤੁਹਾਡੇ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਜ਼ਿਮੀਂਦਾਰ ਨਾਲ ਵੀ ਜੋ ਹਾਲ ਹੋ ਰਿਹਾ, ਉਹਨਾਂ ਦੀ ਜਿਹੜੀ ਫਸਲ ਹੈ ਉਹ ਅਗਰ ਜੇ ਕਿਸੇ ਨੇ ਲੈਣਾ ਵੀ ਹੈ ਨਾ, ਉਹ ਵੀ ਨਹੀਂ ਲੈਣ ਆ ਰਿਹਾ। ਉਹ ਵੀ ਕਹਿ ਰਿਹਾ ਕਿ ਸਾਡਾ ਸ਼ਾਇਦ ਨਿਕਲ ਆਵੇ। ਤੇ ਜ਼ਿਆਦਾਤਰ ਲੋਕਾਂ ਨੇ ਵੇਚਣੇ ਨੇ, ਘੱਟ ਲੋਕਾਂ ਨੇ ਜਿਹੜੇ ਰੱਖਣੇ ਨੇ। ਠੀਕ ਹੈ ਜੀ, ਇਹ ਗਲਤ ਸਬਸਿਡੀ ਹੈ। ਸਬਸਿਡੀ ਅਗਰ ਗਵਰਨਮੈਂਟ ਨੇ ਦੇਣੀ ਹੈ ਤਾਂ ਉਹ ਗਰੀਬ ਆਦਮੀ ਜਿਨ੍ਹਾਂ ਦਾ 20,000 ਬਿੱਲ ਆ ਰਿਹਾ ਨਾ, ਅਗਰ 201 ਯੂਨਿਟ ਆ ਗਿਆ ਤਾਂ ਉਹਨੂੰ 10,000 ਉਹਨੂੰ 20,000 ਬਿੱਲ ਆ ਰਿਹਾ, ਜਿਹਦਾ
ਹੈਗਾ ਉਹਨੂੰ ਮਤਲਬ 5000 ਆ ਰਿਹਾ 4000 ਇੱਥੇ ਸਬਸਿਡੀ ਦੇ ਗਵਰਨਮੈਂਟ ਗਰੀਬ ਆਦਮੀ ਨੂੰ ਸਬਸਿਡੀ ਦੇ ਜਿਹਦੇ ਕੋਲ 40 ਲੱਖ ਪਹਿਲੇ ਹੀ ਮੌਜੂਦ ਹੈ ਟਰੈਕਟਰ ਦਾ ਉਹਨੂੰ 10 ਲੱਖ ਸਬਸਿਡੀ ਦੇ ਰਹੀ ਗਵਰਨਮੈਂਟ। ਇਹ ਗਲਤ ਹੈ, ਇਹ ਕਾਰੋਬਾਰ ਦੀ ਤਬਾਹੀ ਹੈ। ਯਕੀਨ ਕਰੋ ਪਾਕਿਸਤਾਨ ਬਰਬਾਦ ਹੋ ਚੁੱਕਿਆ ਹੈ ਜੋ ਹਾਲਾਤ ਜਿਸ ਤਰ੍ਹਾਂ ਦੇ ਕਾਰੋਬਾਰੀ ਹਾਲਾਤ ਹੈ। ਇਹ ਮੈਂ ਛੱਤਾਂ ਹੁੱਕਾਂ ਬਣਾਉਂਦੇ ਸੀ ਉਹ ਵੀ ਅੱਗੇ ਵਿਕ ਜਾਂਦੀ ਸੀ ਜੇ ਕੋਈ ਟਰੈਕਟਰ ਲਿਜਾਂਦਾ ਸੀ ਉਹ ਤਾਂ ਉਹ ਵੀ ਨਹੀਂ ਵਿਕ ਰਹੀ। ਉਹ ਵੀ ਇੱਥੇ 15-20 ਲੋਕ ਛੱਤਾਂ ਵਾਲੇ ਹੁੱਕਾਂ ਵਾਲੇ ਬਣਾ ਲੈਣ ਜਿਹੜੇ ਉਹ ਵੀ ਤਬਾਹ ਹੋ ਚੁੱਕੇ ਨੇ, ਛੱਡ ਕੇ ਕੰਮ ਚਲੇ ਗਏ। ਬਿਲਕੁਲ ਕੰਮ ਇਹ ਸਾਹਮਣੇ ਬੰਦ ਹੋਈ ਸਾਡੀ ਦੁਕਾਨ, ਉਹ 2 ਦੁਕਾਨਾਂ ਛੱਤਾਂ ਹੁੱਕਾਂ ਵੇਚਣ ਵਾਲੀਆਂ ਬੰਦ ਹੋਈਆਂ ਨੇ। ਟਰੈਕਟਰ ਕਿਸੇ ਨੇ ਲੈਣਾ ਤੇ ਫਿਰ ਕਿਹਨੇ ਲਵਾਣੀ? ਜੀ ਮਾਰਕੀਟ ਨਾਲ ਬੜੇ ਰੋਜ਼ਗਾਰ ਹੋਏ ਬੜੇ ਬੇਤਾਸ਼ਾ ਰੋਜ਼ਗਾਰ ਸਰ ਜੀ। ਇੱਥੇ 15-15 ਮੁਲਾਜ਼ਮ ਹੈ ਇੱਕ ਦੁਕਾਨ ਤੇ, ਹਾਂਜੀ 10-10 ਮੁਲਾਜ਼ਮ ਸਨ, ਉਹਨਾਂ ਦੇ ਘਰ ਚੱਲਦੇ ਸਨ। ਤੇ ਲੇਕਿਨ ਇਹ ਗਵਰਨਮੈਂਟ ਦੀ ਮਤਲਬ ਇਹ ਸਭ ਉਹਨਾਂ ਦੀ ਮਿਹਰਬਾਨੀ ਹੈ ਕਿ ਗਵਰਨਮੈਂਟ ਇਹਨੂੰ ਚੇਂਜ ਕਰਨ, ਇੱਥੇ ਸਬਸਿਡੀ ਨਾ ਦੇਣ, ਸਬਸਿਡੀ ਦੇਣ ਗਰੀਬ ਆਦਮੀ ਨੂੰ ਜਿਹਦਾ ਬਿੱਲ ਜਿਹਦਾ 500,000 ਯੂਨਿਟ ਹੈ ਨਾ ਕੰਮ 500 ਯੂਨਿਟ ਵਾਲੇ ਬੰਦੇ ਨੂੰ ਸਬਸਿਡੀ ਦੇਣ। ਹਰ ਘਰ ਦੇ 3-4 ਪੱਕੇ ਚੱਲਣੇ ਉਹਦਾ 300-400 ਯੂਨਿਟ ਤੇ ਆਮ ਗਰੀਬ ਘਰ ਦੇ ਘਰ ਚੱਲਦਾ ਪਿਆ। ਬਿਲਕੁਲ ਉੱਥੇ ਸਬਸਿਡੀ ਸਰ ਦੇਣੀ ਚਾਹੀਦੀ ਹੈ। ਆ ਲੋਕ ਯਕੀਨ ਕਰੋ ਪਰੇਸ਼ਾਨ ਹੈ, ਬਹੁਤ ਜ਼ਿਆਦਾ ਪਰੇਸ਼ਾਨੀ ਮਾਰਕੀਟ ਆ ਉਹਦੇ ਵਿੱਚੋਂ ਤੁਸੀਂ ਇਹ ਬਿਆਨ ਦੇ ਰਹੇ ਕਿ ਇੱਥੇ ਬਹੁਤ ਬੁਰੇ ਹਾਲਾਤ, ਬਹੁਤ ਬੁਰੇ ਹਾਲਾਤ ਆ ਸਰ ਜੀ। ਹਕੀਕਤਨ ਤੁਸੀਂ ਫੀ ਮਤਲਬ ਸ਼ੋਰੂਮ ਤੇ ਚਲੇ ਜਾਓ, ਮੈਂ ਇੱਕ ਵਾਲਾ ਝੂਠ ਬੋਲਦਾ 2 ਲੱਖ, ਤੁਸੀਂ ਫੀ ਸ਼ੋਰੂਮ ਤੇ ਚਲੇ ਜਾਓ ਉਹ ਕਹੇਗਾ 2 ਸਾਲ ਤੋਂ ਨਾ ਸੀ ਮਹੀਨੇ 'ਚ ਜਾਂ 2 ਮਹੀਨੇ ਇੱਕ ਅੱਧਾ ਟਰੈਕਟਰ, ਉਹ ਵੀ ਸਿਰਫ ਪਤਾ ਕਿਸ ਤਰ੍ਹਾਂ ਅੱਗੇ 1,50,000 ਟਰੈਕਟਰ ਪਿੱਛੇ ਬਚਦਾ ਸੀ। ਹੁਣ ਜਿਹੜੀ ਕਮਿਸ਼ਨ ਮਿਲਦੀ ਹੈ ਨਾ ਮਿਲਨੇ ਛੱਡਦੀ ਉਹਦੇ 'ਚੋਂ 5,000 10,000 ਉਹ ਹੀ ਉਹਨਾਂ ਨੂੰ ਮਿਲਦਾ ਹੋਏਗਾ ਬਸ ਯਾਰ। 2,000 5,000 4,000 ਅਗਰ ਉਹ ਵੀ ਕੋਈ ਵਿਕੇ, ਅੱਬਲ ਤੇ ਵਿਕਦੇ ਨਹੀਂ ਟਰੈਕਟਰ। ਅਗਰ ਕੋਈ ਬੰਦੇ ਲੈਣ ਵਾਲੇ ਵੀ ਹੈ ਜਿਹੜੇ ਮਤਲਬ ਨਹੀਂ ਸਬਸਿਡੀ ਨਹੀਂ ਦੇ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਆ, ਉਹ ਮਤਲਬ ਇੰਨੇ ਨਹੀਂ ਹੈਗੇ। ਉਹ ਇਹ ਸੋਚੋ ਕਿ 2-3 ਬੰਦੇ ਹੀ ਨੇ, 100 'ਚ 10 ਵੀ ਨਹੀਂ ਹੈ, 2-3 ਬੰਦੇ ਆ ਜਿਨ੍ਹਾਂ ਕੋਈ ਅੱਧਾ ਟਰੈਕਟਰ ਕਿਸੇ ਨੇ ਵੇਚ ਲਿਆ। ਉਹ ਵੀ ਫਿਰ ਇਸ ਬਣਾ ਤੇ ਵੇਚ ਰਹੇ ਨੇ ਕਿ ਉਹਨੇ 10,000 ਜਾਂ 5,000 ਕਮਾਇਆ ਤੇ ਉਹ ਕੀ ਕਮਾਇਆ ਸਾਰੇ ਇੱਕ ਟਰੈਕਟਰ ਪਿੱਛੇ। ਉਹਨੇ 2 ਬੰਦੇ ਅਗਰ ਰੱਖੇ ਨੇ 20-30,000 ਰੁਪਏ ਤਨਖਾਹ ਹੈ ਤੇ ਉਹ ਸਰ ਜੀ ਭਾਜੀ ਇਹ ਕੀ ਕਹਿਣਾ ਚਾਹੋਗੇ ਮਾਰਕੀਟ ਦੇ ਵਿੱਚ ਕੀ ਵਜ੍ਹਾ ਹੈ ਕਿ ਇਹ 2 ਸਾਲ ਤੋਂ ਜ਼ਿਆਦਾ ਡਾਊਨ ਜਾ ਰਹੀ ਹੈ? ਇਹ ਗ੍ਰੀਨ ਸਕੀਮ ਇਹਦੀ ਵਜ੍ਹਾ ਸਮਝਦੇ ਹੋ ਜਾਂ ਕੀਮਤਾਂ ਜ਼ਿਆਦਾ ਹੋ ਗਈਆਂ? ਸਭ ਤੋਂ ਵੱਡੀ ਮੇਨ ਚੀਜ਼ ਗ੍ਰੀਨ ਸਕੀਮ, ਹਾਂ ਉਹਦੀ ਵਜ੍ਹਾ ਹੈ ਕਿ ਟਰੈਕਟਰ ਜਿਨ੍ਹਾਂ ਲੋਕਾਂ ਨੇ ਲੈਣੇ ਨੇ ਨਾ ਉਹ ਕੰਮ ਦਾ ਕੰਮ ਉਹ ਜਿਹੜੀ ਸਕੀਮ ਨਿਕਲੀ ਹੈ ਮਾਰਕੀਟ ਆਣਾ ਸੀ ਉਹਨਾਂ ਲੋਕਾਂ ਨੇ, ਉਹ ਉੱਥੇ ਨਿਕਲਦੇ ਨੇ ਜਿਹੜੇ ਉਹ ਨਿਕਲਣ ਵਾਲੇ ਉਹਨਾਂ ਨੂੰ ਵੇਚ ਦਿੰਦੇ ਨੇ। ਉਹ ਰਹਿਤ ਮਿਲਦਾ ਉਹਨਾਂ ਨੂੰ 5-5 ਲੱਖ 3-3 ਲੱਖ ਰੁਪਏ ਘਟਾ ਕੇ ਵੇਚ, ਉਹ 3-4 ਲੱਖ ਰੁਪਏ ਪ੍ਰੋਫਿਟ ਤੇ ਵੇਚ ਰਹੇ ਨੇ। 240 ਜਿੱਦਾਂ ਦਾ ਨਿਕਲਿਆ ਨਾ ਉਹਨੇ ਕਿਹਾ 3-4 ਲੱਖ ਹੀ ਬੜਾ ਹੀ ਵੇਚ ਦਿਓ ਅੱਗੇ ਯਾਰ। ਜੋ ਵੀ ਆ ਗਿਆ ਸਰ ਜੀ ਐਡੀ ਗਵਰਨਮੈਂਟ, ਮੈਨੂੰ ਕੀ ਦੱਸਾਂ, ਗਵਰਨਮੈਂਟ ਇੱਥੇ ਸ਼ੋਰੂਮ ਅਤੇ ਖਲੋ ਕੇ ਵੀ ਕਿਨੇ ਗ੍ਰੀਨ ਟਰੈਕਟਰ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ, ਕੋਈ ਦੇਖਦਾ ਹੀ ਨਹੀਂ। ਸਿਰਫ ਨਾ ਪੁੱਛਣਾ ਚਾਹੀਦਾ ਨਾ, ਪੁੱਛਣਾ ਚਾਹੀਦਾ ਸਰ, ਮੇਨ ਪੁੱਛਣਾ ਚਾਹੀਦਾ। ਹੁਣ ਇਨਕੁਆਇਰੀ ਪਹਿਲੇ ਕਰੇ ਫਿਰ ਸਕੀਮ ਦੇ ਗਵਰਨਮੈਂਟ। ਹਾਂਜੀ ਪਹਿਲਾਂ ਇਨਕੁਆਇਰੀ ਕਰਨ ਉਹ ਕਿੱਥੇ ਨੇ, ਉਹਨਾਂ ਤੇ ਕੇਸ ਕਰਨ ਭਾਈ ਜਿਨ੍ਹਾਂ ਵੇਚੇ, ਹੁਣ ਜਿਨ੍ਹਾਂ ਨੇ ਵੇਚੇ ਨੇ ਉਹਨਾਂ ਤੇ ਕੇਸ ਹੋਣਾ ਚਾਹੀਦਾ। ਹਾਂ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ, ਫਿਰ ਅੱਗੋਂ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਅਗਲੀ ਜਿਹੜੀ ਕਰਨੀ ਹੈ। ਇਹ ਫਿਰ ਉਹ ਜਿਨ੍ਹਾਂ ਦੇ ਨਿਕਲ ਚੁੱਕੇ ਨੇ ਉਹ ਬੰਦਿਆਂ ਨੂੰ ਉਹ ਟਰੈਕਟਰ ਉਹਨੂੰ ਵਿੱਚ ਸਕੀਮ ਦੇ ਵਿੱਚ ਕੱਢ ਦੇਣਾ ਚਾਹੀਦਾ। ਇਨਸਾਫ ਤੇ ਇਹ ਚੀਜ਼ ਦਾ, ਇਨਸਾਫ ਸਰ ਇਸ ਚੀਜ਼ ਦਾ ਕਿ ਮਤਲਬ ਬਹਰਹਾਲ ਇਹ ਸਕੀਮ ਹੀ ਗਲਤ ਹੈ ਸਰ। ਇਹ ਤੇ ਅਮੀਰ ਆਦਮੀ ਨੂੰ ਫਿਰ ਉਹਨਾਂ ਨੇ ਫ੍ਰੀ ਟਰੈਕਟਰ ਦੇ ਰਹੀ ਹੈ ਸਰ ਜੀ, ਫ੍ਰੀ ਟਰੈਕਟਰ ਦੇ ਰਹੇ ਨੇ ਜਿਹਦੀ ਮੁਰੱਬਾ ਕਣਕ ਹੈ, ਜਿਹਦੇ ਕੋਲ ਮੁਰੱਬਾ ਜ਼ਮੀਨ ਉਹ ਤੇ ਪਹਿਲੇ ਹੀ ਅਮੀਰ ਆਦਮੀ ਹੈ। ਉਹ ਤੇ ਪਹਿਲੇ ਹੀ ਸਰ ਅਮੀਰ ਹੈ। ਹਕੀਕਤਨ ਗਰੀਬ ਆਦਮੀ ਨੂੰ ਕੋਈ ਨਹੀਂ ਪੁੱਛਣ ਵਾਲਾ ਜਿਹਦਾ ਘਰ ਦਾ ਚੁੱਲ੍ਹਾ, ਹੁਣ ਜਿਹਦਾ ਬਿੱਲ ਸਰ ਜੀ 300 ਯੂਨਿਟ ਚੱਲਿਆ, ਗਰੀਬ ਆਦਮੀ ਹੋ। ਮੈਂ ਹੁਣ ਮਤਲਬ ਅਗਰ ਮੇਰੀਆਂ ਬੇਟੀਆਂ ਹੀ ਨੇ, ਅਗਰ ਮੇਰਾ ਮਤਲਬ ਮੈਂ ਤੇ ਥੋੜਾ ਪਤਾ ਚਲੋ ਹੈ ਨਾ ਛੱਤਾਂ ਤੇ ਕੋਈ ਇਧਰੋਂ ਟਰੈਕਟਰ ਜੋ ਕੁਝ ਲੱਭ ਗਿਆ ਚਲੋ ਚਲਾ ਰਹੇ ਆ, ਠੀਕ ਹੈ, ਮਤਲਬ ਬੜਾ ਤੰਗ ਹੋ ਕੇ ਚਲਾ ਰਹੇ, ਬਹੁਤ ਹੀ ਤੰਗ। 20,000 ਬਿੱਲ 300 ਯੂਨਿਟ ਦਾ ਬਿੱਲ 20-30,000 ਆਂਡੇ ਆ। ਇੱਥੇ ਸਬਸਿਡੀ ਲੋਕਾਂ ਨੂੰ ਦੇਣੀ ਚਾਹੀਦੀ, ਜਾਂ ਮਤਲਬ ਜਿਹੜੀ ਆ ਲੋਕਾਂ ਦੀ ਸਿਹਤ ਦੇ ਬਾਰੇ ਸਬਸਿਡੀ ਦੇਣੀ ਚਾਹੀਦੀ ਹੈ, ਠੀਕ ਹੈ। ਸਕੂਲਾਂ ਦੇ ਬਾਰੇ ਬੱਚੇ ਗਰੀਬ ਬੱਚਿਆਂ ਨੂੰ, ਮੇਰਾ ਪਿੰਡ ਭਾਈ ਤੁਹਾਡੀ ਗੱਲ ਟੋਕੀ ਜਾ ਰਹੀ ਹੈ। ਸਬਸਿਡੀ ਵੇਖੋ ਜੀ ਆ ਜਿਹੜਾ ਮਜ਼ਦੂਰ ਤਬਕਾ ਨਾ ਇਹਦੇ ਵਾਸਤੇ ਤੇ ਜ਼ਿਮੀਂਦਾਰ ਨੂੰ ਉਹਨਾਂ ਨੇ ਥੱਲੇ ਛੁੱਟਤਾ ਵੀ ਰੋਟੀ ਸਸਤੀ ਕੀਤੀ ਉਹਨਾਂ। ਰੋਟੀ ਸਰ ਜੀ ਸਸਤੀ ਕਿੱਥੇ, ਉਹ ਰੋਟੀ ਉਹਨੇ ਦੀ ਵਿਕਣੀ ਹੈ, ਕਿੱਥੇ ਸਸਤੀ ਨਹੀਂ ਵਿਕਦੀ। ਉਹ ਕਹਿੰਦੇ ਨਹੀਂ ਰੋਟੀ ਸਸਤੀ ਕੀਤੀ ਹੈ ਤਾਂ ਜ਼ਿਮੀਂਦਾਰ ਦਾ ਬੇੜਾ ਗਰਕ ਹੋਇਆ। ਹਾਂਜੀ ਜ਼ਿਮੀਂਦਾਰ ਦਾ ਬੇੜਾ ਗਰਕ ਵੀ ਹੋ ਗਿਆ ਸਰ ਜੀ। ਜ਼ਿਮੀਂਦਾਰ ਦੇਖੋ ਨਾ ਇੱਕ ਚੀਜ਼, ਅਗਰ ਜ਼ਿਮੀਂਦਾਰ ਨੂੰ ਉਹਨੇ ਦੇਣੀ ਸਬਸਿਡੀ ਸਰ ਜੀ, ਤੇਲ ਸਸਤਾ ਦੇਣ, ਠੀਕ ਹੈ, ਤੇਲ ਸਸਤਾ ਦੇਣ, ਉਹਨਾਂ ਨੂੰ 14,000 ਦੀ ਤੇ ਉਹਦੀ ਖਾਦ ਦੀ ਬੋਰੀ ਸਰ DAP ਦੀ, ਉਹ 14 ਹੁਣ ਰੇਟ ਫੇਰ ਵਧਾ ਰਹੇ ਨੇ। ਤੇ ਫਿਰ ਮੇਰਾ ਮਤਲਬ ਅਗਰ ਉਹ ਚੀਜ਼ਾਂ ਮਹਿੰਗੀਆਂ ਦੇਣੀਆਂ ਤੇ ਫਿਰ ਉਹਨਾਂ ਦੀ ਕਣਕ ਅਗਰ ਤੁਸੀਂ 250 ਰੁਪਏ ਕਿਲੋ ਲਓਗੇ ਤਾਂ ਕੀ ਬਣੇ। ਇਸ ਵੇਲੇ ਤੇ ਮੁਲਕ ਜਿਹੜਾ ਨਾ ਸਾਡੇ ਕਾਰੋਬਾਰ ਦੇ ਲਿਹਾਜ਼ ਨਾਲ ਤੇ ਨਾ ਕਾਰੋਬਾਰ ਦਾ ਬੇੜਾ ਗਰਕ ਹੋ ਚੁੱਕਿਆ, ਤਬਾਹੀ ਵਾਲੇ ਪਾਸੇ ਜਾ ਰਹੇ ਦਿਨ ਬਰ ਦਿਨ। ਹੁਣ ਫਿਰ ਸਕੀਮ ਨਿਕਲਣੀ ਹੈ ਨਾ, ਸਾਰੇ ਇੱਥੇ ਕੋਈ ਟਰੈਕਟਰ ਵਿਕ ਹੀ ਨਹੀਂ ਰਿਹਾ।
ਕੋਈ ਨਹੀਂ ਵਿਕ ਰਿਹਾ ਬਿਲਕੁਲ ਸਾਰੇ ਇੰਜ ਜਿਵੇਂ ਛੁੱਟੀ ਹੁੰਦੀ ਸੁਨਾਟਾ ਹੁੰਦਾ ਛੁੱਟੀ ਹੁੰਦੀ ਤੇ ਸ਼ਾਮ ਨੂੰ ਐਸੇ ਵੇਲੇ ਚਲੇ ਜਾਂਦੇ ਨੇ ਲੋਕ ਜੇ ਸਾਰਾ ਦਿਨ ਟਰੈਕਟਰ ਬਾਹਰ ਖਿਲਾਰਦੇ ਨੇ ਬਾਹਰ ਖਿਲਾਰਦੇ ਨੇ ਸਾਰੀ ਸ਼ਾਮ ਨੂੰ ਅੰਦਰ ਕਰਦੇ ਨੇ ਹੁਣੇ ਹੀ ਅੰਦਰ ਤੁਸੀਂ 2 ਦਿਨ ਆ ਕੇ ਆਪਣਾ ਇੱਥੇ ਨਾਲਾ ਕਰ ਲਓ ਆ ਗਿਣ ਲਿਆ ਜੇ ਟਰੈਕਟਰ ਕਿਸੇ ਦਾ ਕੋਈ ਟਰੈਕਟਰ ਵਿਕਿਆ ਕੋਈ ਨਹੀਂ ਭਾਈ ਵਿਕਦਾ 85 ਦੀ ਕੀ ਕੀਮਤ ਚੱਲ ਰਹੀ ਹੈ 85 ਦੀ ਕੀਮਤ ਸਾਡੀ 40,30,000 ਕੈਸ਼ ਕੀਮਤ ਕੈਸ਼ ਕੀਮਤ ਉਦੋਂ ਭਾਈ ਇਹਨਾਂ ਕੀਮਤਾਂ ਵੀ ਮਿਲਣ ਦੀਆਂ ਵਧਾਈਆਂ ਨੇ ਮਿਲਤ ਨੇ ਸਾਰੀ ਉਹ ਵੀ ਕੋਈ ਪੁੱਛਣ ਵਾਲਾ ਨਹੀਂ ਹੈ ਉਹ ਕਿਸ ਵਾਰ ਤੋਂ ਵਧਾਈਆਂ ਨੇ ਕੋਈ ਪਤਾ ਲੱਗਾ ਸਰ ਜੀ ਇਹ ਮਿਲਤ ਨੇ ਕੀਮਤ ਬਣਾਈ ਹੈ ਮੇਰਾ ਖਿਆਲ ਗਵਰਨਮੈਂਟ ਨੇ ਟੈਕਸ ਨਹੀਂ ਲੇਕਿਨ ਮਿਲਤ ਗਵਰਨਮੈਂਟ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਉਂ ਵਧਾਈ ਹੈ ਬਿਲਕੁਲ ਕਿ ਕਿਸ ਵਜ੍ਹਾ ਤੋਂ ਵਧਾਈ ਹੈ ਗਵਰਨਮੈਂਟ ਇਹ ਵੀ ਪੁੱਛ ਨਹੀਂ ਕਰ ਰਹੀ ਅਗਰ ਕੋਈ ਟੈਕਸ ਲੱਗਾ ਫਿਰ ਤਾਂ ਠੀਕ ਹੈ ਫਿਰ ਤਾਂ ਗਵਰਨਮੈਂਟ ਦੀ ਤਰਫੋਂ ਹੋਇਆ ਲੇਕਿਨ ਅਗਰ ਗਵਰਨਮੈਂਟ ਨੇ ਟੈਕਸ ਨਹੀਂ ਲਾਇਆ ਤਾਂ ਫਿਰ ਮਿਲਤ ਨੇ 2 ਲੱਖ ਰੁਪਏ ਪਰ ਟਰੈਕਟਰ ਪਿੱਛੇ ਕੀਮਤ ਵਧਾ ਦਿੱਤੀ ਹੈ ਉਹ ਮਜ਼ੀਦ ਤਾਂ ਕਿ ਜੇ ਕਿਸੇ ਨੇ ਲੈਣਾ ਉਹ ਵੀ ਨਹੀਂ ਲੈ ਰਿਹਾ ਕੁਝ ਕੀਮਤ ਦੀ ਵੀ ਰਫੜ ਕੀਮਤ ਦਾ ਰਫੜ ਤੇ ਐਂਡ ਤੇ ਹੈਗਾ ਪਹਿਲੇ ਹੁਣ ਇਹ ਸਕੀਮ ਫਿਰ ਜਿੰਨੇ ਨਿਕਲਨੇ ਆ ਸਕੀਮ ਤੇ ਵੇਖ ਲਿਆ ਜਿੱਥੇ ਉਹ ਹੀ ਵਿਕਣੇ ਨੇ ਟਰੈਕਟਰ ਸਰ ਜੀ ਤੁਸੀਂ ਫਿਰ ਵਿਜ਼ਿਟ ਕਰਨਾ ਜਿਸ ਵੇਲੇ ਸਕੀਮ ਆ ਜਾਏਗੀ ਨਾ ਜੀ ਜੀ ਸਕੀਮ ਦੇ 15-20 ਦਿਨ ਆਣਾ ਮੈਂ ਤੁਹਾਨੂੰ ਵਿਖਾ ਦਿਆਂਗਾ ਇੱਥੇ ਸਕੀਮ ਦੇ ਟਰੈਕਟਰ ਸ਼ੋਰੂਮਾਂ ਦੇ ਗਵਰਨਮੈਂਟ ਨੂੰ ਇਹੀ ਸਰ ਜੀ ਦਿਆਂਗੇ ਮਿਹਰਬਾਨੀ ਹੈ ਕਿ ਉਹ ਸਕੀਮ ਇਹ ਬੰਦ ਕਰੇ ਇਹ ਸਕੀਮ ਕਰ ਇਹਨਾਂ ਨੇ ਸਬਸਿਡੀ ਦੇਣੀ ਹੈ ਤੇ ਸਰ ਜੀ ਜ਼ਿਮੀਦਾਰ ਨੂੰ ਤੇਲ ਤੇ ਖਾਦ ਸਸਤੀ ਮਿਲ ਜਾਏਗੀ ਯਾਨੀ ਕਿ ਹਰ ਜ਼ਿਮੀਦਾਰ ਨੂੰ ਹਰ ਜ਼ਿਮੀਦਾਰ ਨੇ ਗੱਲ ਕੀਤੀ ਹੈ ਜੀ ਤੁਹਾਡੇ ਤੋਂ ਹਰ ਉਹ ਗਰੀਬ ਬੰਦੇ 300-400 ਯੂਨਿਟ ਜਿਹੜਾ ਨਾ ਉੱਥੇ ਸਬਸਿਡੀ ਦੇ 200 ਨਹੀਂ 200 ਤੇ ਆਮ ਇੱਕ ਵਿਚਾਰੇ ਬੱਤੀ ਬਾਲਣ ਨਾਲ ਦਾ ਹੁਣ ਤੇ 3-4 ਘਰ ਹਰ ਪੱਕੇ ਜਿਹਦੇ 2-3 ਬੱਚੇ ਨੇ 2-3 ਪੱਖੇ ਚੱਲਦੇ ਪਏ ਨੇ 300 ਯੂਨਿਟ ਤੇ 400 500 ਯੂਨਿਟ ਤੱਕ ਸਬਸਿਡੀ ਹੋਵੇ ਇਹ ਫਾਇਦਾ ਸਾਨੂੰ ਠੀਕ ਹੈ ਜੀ ਸਾਡੇ ਮੁਲਕ ਨੂੰ ਸਾਡੇ ਗਰੀਬ ਲੋਕਾਂ ਨੂੰ ਠੀਕ ਹੈ ਤੇ ਜ਼ਿਮੀਦਾਰਾਂ ਨੂੰ ਸਾਡੀ ਖਾਦ ਜਿਹੜੀ 14000 ਦੀ ਉਹ 5000 ਦੀ ਕਰਨ 2000 ਦੀ ਤੇ ਆਟੋਮੈਟਿਕਲ ਕਣਕ 2500 ਨੂੰ ਕਿਲੋ ਮਨ ਵਿਕੇਗੀ ਬਿਲਕੁਲ ਤੇ ਜੇ ਸਰ ਜੀ ਉਹਨਾਂ ਨੂੰ ਉਹ ਤੇ ਖਾਦਾਂ ਮਹਿੰਗੀਆਂ ਕਰੀ ਜਾਣੀਆਂ ਤੇਲ ਮਹਿੰਗਾ ਤੇਲ ਮਹਿੰਗਾ ਸਰ ਜੀ ਤੇਲ ਸਰ ਜੀ ਹੁਣ ਆਇਆ ਤੇ ਕੁਦਰਤੀ ਥੋੜੀ ਬਾਰਿਸ਼ ਹੋਈ ਹੈ ਨਹੀਂ ਤੇ ਮੂੰਜੀ ਲੱਗ ਹੀ ਨਹੀਂ ਸੀ ਰਹੀ ਇੰਜੀ ਇੰਜੀ ਆ ਮੂੰਜੀ ਬਿਲਕੁਲ ਨਹੀਂ ਸੀ ਲੱਗ ਰਹੀ ਜ਼ਿਮੀਦਾਰ ਬਿਲਕੁਲ ਗਾਲਾਂ ਕੱਢ ਰਹੇ ਨੇ ਸਹੀ ਕੀ ਹੁਣ ਕੋਈ ਦੇਖਦੇ ਨਹੀਂ ਸਰਵੇ ਤੁਸੀਂ ਬੜੀ ਮਿਹਰਬਾਨੀ ਤੁਸੀਂ ਸਰਵੇ ਕਰ ਰਹੇ ਹੋ ਤਾਂ ਕਿ ਪਤਾ ਤੇ ਚੱਲੇ ਕਿ ਇੱਥੇ ਹੋ ਕੀ ਰਿਹਾ ਸਰ ਸਾਡੀ ਮਾਰਕੀਟ ਦਾ ਤਬਾਹੀ ਵਾਲੇ ਦਾਨੇ ਜਾਂ ਸਕੀਮ ਦੀ ਵਜ੍ਹਾ ਨਾਲ ਇੱਕ ਸਕੀਮ ਇੱਕ ਜ਼ਿਮੀਦਾਰਾਂ ਦਾ ਜਿਹੜਾ ਫਸਲ ਦਾ ਮਾਸ਼ੀ ਕਤਲ ਇਹ ਦੋ ਚੀਜ਼ਾਂ ਸਰ ਜੀ ਨਾਲ ਨਾਲ ਮਾਰਕੀਟ ਦਾ ਮਾਸ਼ੀ ਕਤਲ ਹੋ ਮਾਸ਼ੀ ਮਾਰਕੀਟ ਦਾ ਜਿਹੜੇ ਅੱਗੇ ਤਰ੍ਹਾਂ ਇਹ 2-2 3-3 ਬੰਦੇ ਆ ਹਰ ਸ਼ੋਰੂਮ ਵਾਲਿਆਂ ਨੇ ਕੱਢ ਦਿੱਤੇ ਨੇ ਸ਼ੋਰੂਮ ਚਲੋ ਮਿਹਰਬਾਨੀ ਓਕੇ